ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਮੂਹ ਪੂਜਰੈ ਸ਼ਾਸਤਰ ਖਾਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਨ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਗਤ ਕਰ ਸਿਰਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਸ਼ੋਭਤ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਾਰੀਆਂ ਸੰਗਤਾਂ ਨਿਯਤ ਕੀਤੇ ਹੋਏ ਸਮੇਂ ਦੇ ਅਨੁਸਾਰ ਜੋ ਇੱਥੇ ਦੀਆਂ ਸੰਗਤਾਂ ਨੇ ਕੁਝ ਦਿਨ ਦਾਸ ਦੇ ਸਰੀਰ ਦੇ ਕੋਲੋਂ ਪ੍ਰਚਾਰ ਰੂਪ ਦੇ ਅੰਦਰ, ਕਥਾ ਰੂਪ ਦੇ ਅੰਦਰ ਸੇਵਾ ਪ੍ਰਵਾਨ ਕੀਤੀ ਹੋਈ ਹੈ। ਗੁਰੂ ਕਿਰਪਾ ਕਰੇ, ਮਨ ਬਿਰਤੀਆਂ ਇਕਾਗਰ ਕਰੋ। ਇਹ ਹੁਣੇ ਹੁਣ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਬਹੁਤ ਸੁੰਦਰ ਆਵਾਜ਼ ਦੇ ਵਿੱਚ ਮਨੋਹਰ ਕੀਰਤਨ ਆਪ ਜੀ ਨੂੰ ਸੁਣਾਇਆ ਹੈ। ਭਾਈ ਜਸਵਿੰਦਰਪਾਲ ਸਿੰਘ ਜੀ ਨੇ ਜੋ ਸਮਾਪਤੀ ਤੱਕ ਸਮਾਂ ਆਪਣੇ ਕੋਲ ਹੈ, ਆਓ ਇਸ ਨੂੰ ਵਿਰਸਾ ਨਾ ਜਾਣ ਦੇਈਏ। ਜ਼ਿੰਦਗੀ ਇੱਕ ਇੱਕ ਪਲ ਕਰਕੇ, ਛਿਣ ਛਿਣ ਕਰਕੇ ਸਾਡੇ ਕੋਲੋਂ ਖਿਸਕਦੀ ਜਾ ਰਹੀ ਹੈ। ਮੇਰੀ ਜ਼ਿੰਦਗੀ ਮੇਰੇ ਕੋਲੋਂ ਖਿਸਕ ਰਹੀ ਹੈ, ਤੁਹਾਡੀ ਜ਼ਿੰਦਗੀ ਤੁਹਾਡੇ ਕੋਲੋਂ ਖਿਸਕ ਰਹੀ ਹੈ। ਜੇ ਦਾ ਫਿਕਰ ਨਹੀਂ ਕੀਤਾ, ਇਹਦੇ ਲਈ ਚਿੰਤਤ ਨਹੀਂ ਹੋਏ ਤਾਂ ਬਰਬਾਦੀ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੋਇਆ। ਇਹ ਬਰਬਾਦ ਹੋ ਰਹੀ ਹੈ ਜ਼ਿੰਦਗੀ ਸਾਡੇ ਕੋਲ, ਔਰ ਇਸ ਬਰਬਾਦੀ ਦਾ ਕਾਰਨ ਕੋਈ ਹੋਰ ਨਹੀਂ ਬਣਿਆ ਹੋਇਆ, ਅਸੀਂ ਖੁਦ ਬਣੇ ਹੋਏ ਹਾਂ। ਇਸ ਕਰਕੇ ਰਹਿਣ ਗਵਾਈ ਸੋਏ ਕਹਿ ਗਵਾ ਕਿਵੇਂ ਰਹੇ।
ਉਹ ਦੱਸਦੇ ਮਹਾਰਾਜ ਕਹਿੰਦੇ ਰਾਤ ਸੌਂ ਕੇ ਨੀਂਦ ਦੇ ਵਿੱਚ ਤੂੰ ਆਪਣੇ ਸਵਾਸ ਖਤਮ ਕਰ ਲਏ, ਉਹਨਾਂ ਸਵਾਸਾਂ ਦਾ ਤੈਨੂੰ ਕੋਈ ਲਾਭ ਨਹੀਂ। ਪਰ ਲੋਕ ਦੇ ਵਿੱਚ ਕੋਈ ਸੌਣ ਦਾ ਫਲ ਥੋੜ੍ਹੀ ਮਿਲਦਾ। ਇਹ ਥੋੜ੍ਹਾ ਵੀ ਉੱਥੇ ਪਰਲੋਕ ਦੇ ਵਿੱਚ ਵੀ ਇੰਨੇ ਘੰਟੇ ਮੈਂ ਸੌਂਦਾ ਰਿਹਾ, ਇਹਦੀ ਕੋਈ ਮਹਾਨਤਾ? ਇਹ ਬਰਬਾਦੀ ਹੈ। ਹੁਣ ਇਹ ਵੀ ਹੈ ਕਿ ਸਰੀਰ ਨੂੰ ਨਿਯਮਬੱਧ ਤਰੀਕੇ ਨਾਲ ਚਲਾਉਣਾ। ਇਹ ਵੀ ਇੱਕ ਘੋੜਾ ਹੈ, ਜੀਵਾਤਮਾ ਇਹਦੇ ਤੇ ਸਵਾਰ ਹੈ। ਘੋੜ ਸਵਾਰ ਜੇ ਅਕਲ ਵਾਲਾ ਨਾ ਹੋਵੇ ਤਾਂ ਫਿਰ ਘੋੜਾ ਜਿਹੜਾ ਹੈ ਉਹ ਮੰਜ਼ਿਲਾਂ ਤੇ ਨਹੀਂ ਪਹੁੰਚਾਇਆ, ਰਸਤੇ ਦੇ ਵਿੱਚ ਹੀ ਉਹ ਖਤਮ ਹੋ ਜਾਂਦਾ, ਸਾਥ ਛੱਡ ਦਿੰਦਾ। ਘੋੜੇ ਦੀ ਪਾਲਣਾ ਇਸ ਕਰਕੇ ਕੀਤੀ ਜਾਂਦੀ ਹੈ ਕਿ ਸਫ਼ਰ ਸੌਖਾ ਔਰ ਮੰਜ਼ਿਲ ਤੇ ਪਹੁੰਚੇ, ਸੌਖੇ ਤਰੀਕੇ ਨਾਲ ਪਹੁੰਚਿਆ ਜਾਵੇ ਤੇ ਮੰਜ਼ਿਲ ਤੇ ਜਾਵੇ। ਇਹ ਥੋੜ੍ਹਾ ਵੀ ਘੋੜੇ ਨੂੰ ਕਿਲੇ ਨਾਲ ਬੰਨ੍ਹ ਕੇ ਉਹਦੀਆਂ ਮਾਲਸਾਈ ਕਰੀ ਜਾਓ ਸਾਰੀ ਉਮਰ, ਕਾਠੀ ਉਹਦੇ ਤੇ ਪਾਓ ਹੀ ਨਾ, ਇਹ ਵੀ ਕੋਈ ਦੰਸ਼ ਨਹੀਂ। ਪਰ ਇਹ ਵੀ ਨਹੀਂ ਹੈ ਕਿ ਉਹਨੂੰ ਭੁੱਖਾ ਮਾਰ ਦਿਓ, ਤੁਰਨ ਜੋਗਾ ਨਾ ਰਹੇ। ਇਹਨੂੰ ਨਿਯਮ ਦੇ ਅਨੁਸਾਰ ਕਰਨ ਦੀ ਆਗਿਆ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਰਹਿਣ ਗਵਾਏ, ਰਹਿਣ ਨਾਮ ਰਾਤ ਦਾ, ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ। ਦਿਨ ਜਿਹੜਾ ਹੈ ਉਹ ਖਾਣ ਪੀਣ ਦੇ ਵਿੱਚ ਜਾਂ ਫਿਰ ਖਾਣ ਵਾਸਤੇ ਪਦਾਰਥ ਇਕੱਠਾ ਕਰਨ, ਕੁਝ ਖਾ ਲਿਆ ਤੇ ਕੁਝ ਖਾਣ ਵਾਸਤੇ ਇਕੱਠਾ ਕਰ ਲਿਆ। ਇਹ ਜਿਹੜਾ ਰੁਜ਼ਗਾਰ ਹੈ ਇਸੇ ਵਾਸਤੇ ਹੀ ਹੈ। ਗੁਰੂ ਨਾਨਕ ਨੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਰੁਜ਼ਗਾਰ ਛੱਡ ਕੇ ਬਹਿ ਜਾ, ਪਰ ਇਹ ਲੈਸਨ ਦਿੱਤਾ ਵੀ ਸਭ ਕੁਛ ਰੁਜ਼ਗਾਰ ਹੀ ਨਹੀਂ ਹੈ। ਇਹ ਚੇਤੇ ਰੱਖ ਵੀ ਇਹ ਦੁਨੀਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ, ਸਭ ਨੇ ਜਾਣਾ ਹੈ। ਇਹ ਮਹਾਰਾਜ ਸਾਹਿਬ ਜੀ ਦਾ ਜੇ ਪਾਵਨ ਬਚਨ ਹੈ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨ ਹੈ। ਹੀਰੇ ਦਾ ਕਿੱਡਾ ਵੱਡਾ ਮੁੱਲ ਹੈ। ਕਿਤੇ ਕੋਈ ਮੂਰਖ ਹੀਰੇ ਨੂੰ ਕੌਡੀਆਂ ਦੇ ਬਦਲੇ ਵੇਚ ਆਵੇ ਨਾ, ਬਿਲਕੁਲ ਉਸੇ ਤਰ੍ਹਾਂ ਹੀ ਹੈ। ਉਹਨੂੰ ਕਹਾਂਗੇ ਕਿੱਡਾ ਮੂਰਖ ਹੈ, ਹੀਰਾ ਸੀ ਤੇਰੇ ਕੋਲ ਤਾਂ ਤੂੰ ਕੌਡੀਆਂ ਦੇ ਬਦਲੇ ਇਹਨੂੰ ਵੇਚਦਾ। ਲਾਣਤਾਂ ਮਿਲਦੀਆਂ। ਕੌਡੀਆਂ ਕੀ ਨਾ ਵਿਸ਼ੇ ਵਿਕਾਰ, ਇਹ ਕੌਡੀਆਂ ਨੂੰ ਫੁੱਟੀਆਂ ਹੋਈਆਂ ਕੌਡੀਆਂ। ਦੇਖਣ ਦਾ ਵਿਸ਼ਾ, ਸੁਣਨ ਦਾ ਵਿਸ਼ਾ, ਸੁੰਘਣ ਦਾ ਵਿਸ਼ਾ, ਰਸ ਚਖਣ ਦਾ ਵਿਸ਼ਾ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦੇ ਵਿੱਚ ਸਾਡੀ ਜ਼ਿੰਦਗੀ ਜਿਹੜੀ ਹੈ ਬਰਬਾਦ ਹੋ ਰਹੀ ਹੈ। ਔਰ ਇਹਦੇ ਵਿੱਚ ਇਹ ਦੱਸ ਦਿੱਤਾ ਵੀ ਉਮਰ ਉਹਾ ਵਿੱਚ ਲੇਖੇ ਦੇ, ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਗੁਜ਼ਰੇ। ਆਪਣਾ ਸਭਨਾਂ ਦਾ ਆਸਮਾਨ ਜਿਹੜਾ ਹੈ, ਭਾਵੇਂ ਕਿਸੇ ਦੇ ਕੋਈ ਗੱਲ ਸਮਝ ਘੱਟ ਆਵੇ ਜਾਂ ਕਿਸੇ ਦੇ ਵੱਧ ਆਵੇ, ਇਹਦਾ ਲੇਖਾ ਜੋਖਾ ਵੀ ਛੱਡ ਦਿਓ, ਪਰ ਸਮਾਂ ਸਫਲ ਹੋ ਰਿਹਾ। ਇਹ ਸਵਾਸ ਜਿਹੜੇ ਨੇ ਇਹਨਾਂ ਨੂੰ ਇਹ ਨਹੀਂ ਕਹਿ ਸਕਦਾ ਵਿਅਰਥ ਹੋ ਗਏ, ਕਿਉਂਕਿ ਸੰਗਤ ਹੀ ਬੈਠੀ। ਗੁਰੂ ਨਾਨਕ ਦੀ ਹਜ਼ੂਰੀ 'ਚ ਬੈਠੇ ਹੋ। ਗੁਰਸਿੱਖ ਜਿਹੜੇ ਕਾਰੋਬਾਰ ਕਰਦੇ ਹੋਏ ਸ਼ਬਦ ਦੇ ਪਹਿਰੇ 'ਚ ਰਹਿੰਦੇ ਆ, ਉਹਨਾਂ ਦਾ ਉੱਥੇ ਕਾਰੋਬਾਰ ਕਰਦਿਆਂ ਦਾ ਵੀ ਸਮਾਂ ਲਿਖਿਆ ਜਾਏ। ਜਿਵੇਂ ਇੱਥੇ ਲਿਖਿਆ ਜਾਏ, ਉਹਨਾਂ ਦਾ ਉੱਥੇ ਵੀ ਕੰਮ ਕਰਦਿਆਂ ਵੀ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਸਮਾਂ ਉੱਥੇ ਵੀ ਸਕਦਾ ਹੈ। ਸੋ ਇਸ ਕਰਕੇ ਸੰਗਤ ਜਿਹੜੀ ਹੈ
ਇਹਦਾ ਮਹਾਰਾਜ ਸਾਹਿਬ ਜੀ ਨੇ ਬਹੁਤ ਵੱਡਾ ਗੁਣ ਦੱਸਿਆ ਹੈ ਕਿ ਸੰਗਤ ਦਾ ਗੁਣ ਬਹੁਤ ਅਧਿਕਾਰੀ। ਅਧਿਕ ਤੋਂ ਅਧਿਕ, ਵੱਡੇ ਤੋਂ ਵੱਡਾ, ਬਹੁਤਾ ਜ਼ਿਆਦੇ ਫਲ ਹੈ ਸੰਗਤ। ਸੰਗਤ ਦੇ ਕਾਰਨ ਤੇ ਅਜਿਹੇ ਜੀਵ ਦਾ ਉਧਾਰ ਹੋਇਆ ਜਿਹਨੂੰ ਤੁਰੇ ਜਾਂਦੇ ਨੂੰ ਲੋਕੀ ਦੇਖ ਕੇ ਨਫ਼ਰਤ ਕਰਦੇ ਸੀ। ਅਚਨਚੇਤ ਕਿਸੇ ਦੇ ਮੱਥੇ ਲੱਗੇ ਤਾਂ ਕਹਿੰਦੇ ਹੋ ਇਹ ਮੇਰੇ ਮੱਥੇ ਕਿਉਂ ਲੱਗੇ? ਉਹ ਕੌਣ ਸੀ? ਗਣਕਾ। ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਖਲੋਤਾ। ਐਡੇ ਵੱਡੇ ਪਾਪ ਜੀ ਨੇ ਸੈਂਕੜੇ ਹਜ਼ਾਰਾਂ ਸੁਹਾਗਣਾਂ ਦੇ ਘਰ ਬਰਬਾਦ ਕਰ ਦਿੱਤੇ। ਪਾਪਾਂ ਦਾ ਰੂਪ ਬਣੀ ਹੋਈ ਸੀ। ਸੰਗਤ ਹੋ ਗਈ ਨਾਮ ਜਪਣ ਵਾਲੇ ਦੀ। ਹਾਲਾਂਕਿ ਮਨੁੱਖੀ ਜਾਮੇ 'ਚ ਨਹੀਂ ਹੈ ਨਾਮ ਜਪਣ ਵਾਲਾ। ਦੇਖੋ ਕਿੱਡੀ ਅਸਰਤ ਬਾਤ ਹੈ। ਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਐਵੇਂ ਨਹੀਂ ਇਹ ਸੰਸਕਾਰ ਦਿੱਤੇ ਤੇ ਬਾਣੀ ਵਿੱਚ ਐਵੇਂ ਨਹੀਂ ਇਹ ਲੈਸਨ ਦਿੱਤਾ। ਇਹ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਮਹਾਂਪੁਰਸ਼ਾਂ ਦਾ ਤੋਤਾ ਸੀ। ਕਹਾਣੀ ਤਾਂ ਸੁਣਦੇ ਰਹੇ ਨਾ ਤੁਸੀਂ। ਤੋਤਾ ਇੱਕ ਐਸਾ ਜਾਨਵਰ ਹੈ ਵੀ ਇਹ ਰੀਸ ਦੇ ਵਿੱਚ ਉਸੇ ਤਰ੍ਹਾਂ ਬੋਲਣ ਲੱਗ ਜਾਂਦਾ। ਤੇ ਕੁਝ ਵਿਗਿਆਨੀ ਕਹਿੰਦੇ ਨੇ ਵੀ 6000 ਜਿਹੜੇ ਪਦ ਹੈ ਵਰਲਡ, ਜਿਹੜੇ 6000 ਉਹਦੇ ਦਿਮਾਗ ਵਿੱਚ ਫੀਡ ਹੋ ਸਕਦੇ। ਤੇ ਇੱਕ ਭਾਈ ਨੇ ਤੋਤੇ ਨੂੰ ਜਪਜੀ ਸਾਹਿਬ ਕੰਠ ਕਰਾ ਦਿੱਤਾ, ਸਾਰਾ ਜਪਜੀ ਸਾਹਿਬ। ਉਹ ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਘਰ ਗਿਆ ਤੇ ਅੱਗੇ ਕਹਿੰਦੇ ਉਹ ਆਵਾਜ਼ ਆਵੇ ਸ਼ੰਖ ਜਾਪ, ਸ਼ੰਖ ਪਾਓ, ਸ਼ੰਖ ਪੂਜਾ। ਉਹ ਐਂ ਥੋੜ੍ਹੀ ਜਿਹੀ ਤੁਤਲੀ ਜਵਾਬ ਦੇ ਵਿੱਚ ਅਸੰਖ ਤਾਂ ਕਹਿ ਨਹੀਂ ਸੀ ਹੁੰਦਾ, ਤੋਤਾ ਹੈ। ਕਹਿੰਦੇ ਮੈਂ ਕਿਹਾ ਵੀ ਇੱਧਰ ਦੇ ਬੱਚੇ ਜਿਹੜੇ ਇਹਨਾਂ ਦੀ ਜ਼ਬਾਨ ਪੂਰੀ ਉਲਟ ਗਈ ਤੇ ਇਹ ਨਿਆਣਾ ਪਾਰ ਕਰੀ ਜਾਂਦਾ ਵੀ ਇਹਨੇ ਬਾਹਰ ਤਾਂ ਜਿੰਦਾ ਲਾਇਆ ਹੋਇਆ ਸੀ। ਉਹ ਆਲਾ ਦੁਆਲਾ ਦੇਖੇ ਬੱਚਾ ਉੱਥੇ ਹੋਇਆ ਨਹੀਂ ਬਈ ਜਿੱਥੋਂ ਆਵਾਜ਼ ਆ ਰਹੀ ਸੀ। ਜਦ ਉਹਨੇ ਦੇਖਿਆ ਇਹ ਤਾਂ ਤੋਤਾ ਬੋਲ ਰਿਹਾ। ਉਹਨੇ ਕਿਹਾ ਭਾਈ ਸਾਹਿਬ ਵੀ ਕੀ ਗੱਲ ਹੈ? ਕਹਿੰਦੇ ਜੀ ਜਪਜੀ ਸਾਹਿਬ ਕੰਠ ਕਰਾਇਆ ਇਹਨੇ। ਇਹ ਜਪਜੀ ਸਾਹਿਬ ਦਾ ਜਦੋਂ ਕਿਤੇ ਲਹਿਰ ਉੱਠਦੀ ਹੈ ਉਦੋਂ ਫਿਰ ਲੱਗ ਜਾਂਦਾ। ਉਹਨੇ ਮੈਨੂੰ ਦੱਸੀ ਇਹ ਗੱਲ। ਕਹਿੰਦੇ ਜੀ ਇਸ ਤਰ੍ਹਾਂ ਤੋਤੇ ਦੇ ਜਪਜੀ ਸਾਹਿਬ ਕੰਠ ਕਰਾਇਆ ਸੀ। ਮੈਂ ਕਿਹਾ ਭਾਈ ਹੁਣ ਤੋਤਿਆਂ ਦੀ ਕੰਠ ਕਰਾਵਾਂਗੇ, ਆਪਣੇ ਵਾਲੇ ਤਾਂ ਤੋਤੇ ਉੱਡ ਗਏ, ਉਹ ਤਾਂ ਜਪਜੀ ਸਾਹਿਬ ਕੰਠ ਨਹੀਂ ਕਰਦੇ। ਹੁਣ ਜਾਨਵਰਾਂ ਦੀ ਕੰਠ ਕਰਾਇਆ ਕਰਾਂਗੇ। ਆਪਣੀ ਤਾਂ ਸੰਤਾਨ ਵਿਗੜ ਰਹੀ ਹੈ। ਹੁਣ ਉਹ ਤੋਤਾ ਸੀ ਜਿਸ ਨੇ ਪਹਿਲੀ ਤਾਂ ਗੱਲ ਦੇਖੋ, ਕਿਸੇ ਤੋਤੇ ਨੂੰ ਮਹਾਂਪੁਰਸ਼ ਦੀ ਸੰਗਤ ਹੋ ਗਈ, ਤੋਤਾ ਨਾਮ ਜਪਣ ਲੱਗ ਗਿਆ। ਫਿਰ ਤੋਤੇ ਦੀ ਸੰਗਤ ਕਿਸੇ ਮਹਾਂਪਾਪਣ ਨੂੰ ਹੋ ਗਈ ਤੇ ਉਹਦੇ ਵਾਸਤੇ ਕੀ ਰਿਹਾ? ਗਈ ਬੈਕੁੰਠ ਭਗਵਾਨ ਚੜ, ਨਰਕ ਵਿੱਚ ਨਾ ਸਿਖਾ ਤੋ ਸੁਖੋਤਾ। ਕਿਉਂ? ਨਾਮ ਜਪਣ ਵਾਲਾ ਭਾਵੇਂ ਜਾਨਵਰ ਸੀ, ਅਸਲ ਦੇ ਵਿੱਚ ਇਹ ਸੰਗਤ ਨਾਮ ਦੀ ਹੈ। ਆਵਾਜ਼ ਕਿੱਥੋਂ ਆ ਰਹੀ ਹੈ? ਛੱਡਦੇ ਸੰਗਤ ਕਾ ਗੁਣ ਬਹੁਤ ਅਧਿਕਾਰੀ, ਪੜ ਸੁਆ ਗਨ ਕੋ ਉਦਾਰੇ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਸਤ ਸੰਗਤ ਨਹੀਂ ਕਦੇ ਤਿਆਗਣੀ। ਹੋ ਸਭ ਕੁਝ ਤਿਆਗਿਆ ਜਾ ਸਕਦਾ। ਕਿੰਨਾ ਕੁ ਸਮਾਂ ਹੈ ਗੁਰਸਿੱਖੋ? ਜਿਹੜਾ ਤਨ ਹੁਣ ਤੱਕ ਕਮਾਉਂਦਿਆਂ ਹੋਇਆਂ ਤੇ ਸਾਡੀ ਸੰਤੁਸ਼ਟਤਾ ਨਹੀਂ ਹੋਈ,
ਤਾਂ ਸਤਸੰਗਤ ਵਾਲਾ ਘੰਟਾ ਵੀ ਵਿੱਚ ਪਾ ਦੋਗੇ ਫਿਰ ਕੀ ਹੋ ਜੂ। ਇਹ ਤਾਂ ਇੱਕ ਮਨ ਨੂੰ ਸਮਝਾਉਣ ਦੀ ਗੱਲ ਹੈ। ਰੁਜ਼ਗਾਰ ਜੋ ਪਰਮੇਸ਼ਰ ਨੇ ਸਾਨੂੰ ਲਿਖ ਦਿੱਤਾ ਪ੍ਰਲਬਧ, ਉਹ ਅਵਸ਼ ਮਿਲਣੀ ਹੈ, ਕੋਈ ਨਾ ਕੋਈ ਬਹਾਨਾ ਪਾ ਕੇ ਮਿਲਣਾ। ਜੋ ਕੁਝ ਸਾਡੇ ਕਰਮ ਦੇ ਵਿੱਚ ਲਿਖਿਆ ਹੋਇਆ ਨਹੀਂ ਉਹ ਚਿੰਤਾ ਕਰਨ ਤੋਂ ਨਹੀਂ ਮਿਲਣਾ, ਔਰ ਕੋਸ਼ਿਸ਼ ਕਰਨ ਤੋਂ ਵੀ ਨਹੀਂ ਮਿਲਣਾ। ਰੱਬ ਦਾ ਹੁਕਮ ਮੰਨ ਕੇ ਪੁਰਸ਼ਾਰਥ ਨਹੀਂ ਤਿਆਗਣਾ। ਇਹਦੇ ਵਿੱਚ ਵੀ ਦੋ ਗੱਲਾਂ ਨੇ। ਬੜੇ ਸੂਝਵਾਨ ਗੁਰਮੁਖ ਆਪ ਕਥਾ ਕਰਨ ਵਾਲੇ ਉਸਤਾਦਾਂ ਦੇ ਰੂਪ ਦੇ ਜੋ ਬੱਚਿਆਂ ਨੂੰ ਪੜ੍ਹਾਉਂਦੇ ਆ, ਪਹਿਲੀ ਵਾਰ ਦਰਸ਼ਨ ਹੋਏ ਸੀ ਉੱਥੇ ਲੈਸਟਰ ਉੱਤੇ ਸਿੰਘਾਂ ਦਾ ਫੁਰਨਾ ਬਣਿਆ ਸੀ। 5ਵੀਂ ਰੁੱਤ ਪੜ੍ਹਨ ਦਾ ਪਾਠ ਬਹੁਤ ਸਮਾਗਮ ਚੱਲਦਾ ਸੀ। ਘੰਟਾ ਇੱਕ 3 ਵਜੇ ਤੋਂ ਫਿਰ ਇਹ ਗੂੜ ਵਿਦਿਆ ਜਿਹਨੂੰ ਕਹਿੰਦੀ ਹੈ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ 14 ਪੋਥੀਆਂ ਨੇ। 14 ਪੋਥੀਆਂ ਦੇ ਵਿੱਚ ਸਿਰਫ 10 ਅਧਿਆਇ ਨੇ ਜਿਹੜੇ ਔਖੇ, ਉਹ ਸਿੱਖੇ ਬਿਨਾਂ ਕਥਾ ਹੁੰਦੀ ਨਹੀਂ। ਉਹਨਾਂ ਦੀ ਇਹ ਗੁਰਮੁਖ ਜਿਹੜੇ ਸੀ ਰਸਮ ਲੈ ਰਹੇ ਸੀ, ਇਹ ਵੀ ਗੁਰਮੁਖ ਪਿਆਰੇ ਬੈਠੇ ਸੀ। ਉੱਥੇ ਦਰਸ਼ਨ ਹੋਏ ਤਾਂ ਜਦੋਂ ਫਿਰ ਇੱਕ ਦੋ ਵਾਰੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਦੋਂ ਅਰਥਾਂ ਦੀ ਵਿਚਾਰ ਦਾ ਸਮਾਂ ਆਇਆ, ਇਹਨਾਂ ਨੇ ਪਾਠ ਬੋਲਿਆ ਤਾਂ ਸੰਥਾ ਕੀਤੀ ਹੋਈ ਇਹਨਾਂ ਦੀ ਜ਼ੁਬਾਨ ਵਿੱਚ ਆਪਣੇ ਆਪ ਚੜ੍ਹ ਕੇ ਬੋਲ ਰਹੀ ਸੀ ਕਿ ਕਿੰਨੀ ਮਿਹਨਤ ਹੋਏਗੀ। ਤੇ ਜਦੋਂ ਇਹਨਾਂ ਨੂੰ ਮੈਂ ਦੱਸਿਆ ਵੀ ਮੈਂ ਉੱਥੇ ਆਉਣਾ ਹੈ, ਉਹ ਉਸ ਦਿਨ ਖੁਸ਼ ਹੋ ਗਏ ਸੀ। ਕਹਿੰਦੇ ਕਿ ਗੁਰੂ ਕਿਰਪਾ ਕਰੇ, ਜੋ ਇਹ ਵਿਚਾਰ ਹੈ सत्संगत जो है कि संगत का गुण बहुत इकाई, पढ़ सुआ गन को उदारे, गन का वर्गियां भाई वेश बहुत दगियां, बाकी तो बात ही है। परमेश्वर नूं मिलण दा रास्ता ही यही है, स्वच्छ ते सीधा रास्ता है। एक परशुराम जी होए किते पहाड़ों ਨੂੰ जा रहे सी, पहाड़ी यात्रा ਦੇ ਜਾਂਦਿਆਂ एक पासे नदी बह रही है। आम करके पहाड़ों ਦੇ ਵਿੱਚ ਜਿਹੜੀਆਂ ਨਦੀਆਂ ਉਹਨਾਂ ਦੇ ਕਿਨਾਰਿਆਂ ਤੇ ਸੜਕ ਹੁੰਦੀ ਹੈ ਤੇ ਉਹਦੇ ਨਾਲ ਹੀ ਇੱਕ ਉੱਪਰ ਪਹਾੜੀ ਦੇ ਵਿੱਚ ਛੋਟੀ ਜਿਹੀ ਛੱਪੜੀ ਸੀ। परशुराम जी जाते जाते थक गए। कुछ पहाड़ी का रास्ता भी ऐसा ही होंगे, वो शरीर में थकान जल्दी हो जाती है क्योंकि चढ़ाई बहुत ज़्यादा है, साह चढ़ता है। हेमकुंड साहब जोड़े गुरमुख गए हैं उन्होंने तो तजर्बा ही होएगा। जोड़े उत्थे दे पहाड़ी लोग ने उन्होंने कोलों जोड़ा कोई थोड़ा जिहा सिख लवे भी पहाड़ी का रास्ता जोड़ा है सौखा किमें तय होंदा, वो सौखे रहते। जेड़ा लम्मी डिंग पिटे बस वो समझो भी थोड़े समय तो बाद वो विचाले बैठूगा। पहाड़ी क्योंकि चढ़ाई बहुत होंगी, उत्थे निक्की निक्की जिन्नी निक्की डिंग पटोगे उन्ना सौखा होगा, लम्मी डिंग नहीं पटनी। तो वो महात्मा जी जाते जाते कि भी चलो शरीर नूं जदों परमात्मा ने दिता है, धर्म भी बनता भी शरीर नूं भुख प्यास लगती है तो वह भी एक घोड़ा है, इनू खाना दाना देना होंदा है क्योंकि 6 उर्मियां खट उर्मियां जिहड़ियां ने जम्मण ते मरना उर्मी नाम लहर दा हुंदा है। साडे जीवन दी 6 लहरां ने
ਜਿੱਦਣ ਸਾਡਾ ਜਨਮ ਹੋਇਆ ਇੱਕ ਹੀ ਲਹਿਰ ਸੀ, ਜਿੱਦਣ ਮਰਨ ਹੋਣਾ ਉਹ ਵੀ ਇੱਕ ਲਹਿਰ ਹੈ। ਫਰਕ ਕੀ ਹੈ? ਇੱਕ ਕਿਨਾਰੇ ਤੋਂ ਲਹਿਰ ਨੇ ਜਨਮ ਲਿਆ ਸੀ ਤੇ ਲਹਿਰ ਦੂਸਰੇ ਕਿਨਾਰੇ ਤੇ ਜਾ ਕੇ ਸਮਾਪਤ ਹੋ ਗਈ। ਜੰਮਣਾ ਵੀ ਲਹਿਰ ਤੇ ਮਰ ਜਾਣਾ ਵੀ ਲਹਿਰ। ਇਹ ਸਰੀਰ ਦੀ ਲਹਿਰ ਹੈ। ਸਰੀਰ ਦੀ ਇੱਕ ਲਹਿਰ ਆਈ, ਇਹਨੂੰ ਸੰਸਕ੍ਰਿਤ ਉਰਮੀ ਕਹਿ ਦਿੱਤਾ ਗਿਆ ਹੈ। ਜਾ ਕੇ ਲਹਿਰ ਸਮਾਪਤ ਹੋ ਗਈ। ਇਹ ਜੰਮਣ ਤੇ ਮਰਨਾ ਸਾਡੇ ਸਰੀਰ ਤੇ ਵਾਪਰਦਾ ਹੈ, ਸਾਰਿਆਂ ਸਰੀਰਾਂ ਤੇ ਹੈ। ਭੁੱਖ ਔਰ ਪਿਆਸ ਦੋ ਉਰਮੀਆਂ ਜਿਹੜੀਆਂ ਨੇ, ਦੋ ਜਿਹੜੀਆਂ ਲਹਿਰਾਂ ਨੇ, ਇਹ ਸਾਡੇ ਪ੍ਰਾਣਾਂ ਨੂੰ ਲੱਗਦੀਆਂ। ਭੁੱਖ ਵੀ ਪ੍ਰਾਣਾਂ ਨੂੰ ਲੱਗਦੀ ਹੈ, ਪਿਆਸ ਵੀ ਪ੍ਰਾਣਾਂ ਨੂੰ। ਇਸ ਕਰਕੇ ਫਿਰ ਦੋ ਉਰਮੀਆਂ ਜਿਹੜੀਆਂ ਹੋਰ ਨੇ, ਉਹ ਸਾਡੇ ਮਨ ਤੇ ਵਿਆਪਦੀਆਂ ਨੇ, ਸੁੱਖ ਤੇ ਦੁੱਖ। ਇਹ ਦੋ ਉਰਮੀਆਂ, ਦੋ ਲਹਿਰਾਂ ਜਿਹੜੀਆਂ, ਇਹ ਮਨ ਦੇ ਉੱਤੇ। ਸੁੱਖ ਨੂੰ ਵੀ ਉਸੇ ਨੇ ਅਨੁਭਵ ਕਰਨਾ ਤੇ ਦੁੱਖ ਨੂੰ ਵੀ ਉਸੇ ਨੇ ਕਰਨਾ। ਸਾਡੇ ਕੋਲੋਂ ਨਾ ਤਾਂ ਸੁੱਖ ਬਰਦਾਸ਼ਤ ਹੁੰਦਾ, ਥੋੜੀ ਜਿਹੀ ਉੱਪਰੀ ਲੱਗੂਗੀ ਗੱਲ ਤੁਹਾਨੂੰ, ਇਹ ਕਿਵੇਂ ਹੋ ਸਕਦਾ? ਨਹੀਂ, ਬਰਦਾਸ਼ਤ ਨਹੀਂ ਹੁੰਦਾ ਸਾਡੇ ਕੋਲ ਸੁੱਖ, ਤੇ ਨਾ ਸਾਡੇ ਕੋਲੋਂ ਦੁੱਖ ਬਰਦਾਸ਼ਤ ਹੁੰਦਾ। ਜਦੋਂ ਕੋਈ ਸੁੱਖ ਮਿਲਿਆ, ਲੋੜ ਤੋਂ ਵੱਧ ਖੁਸ਼ੀ, ਪਰ ਸੰਭਾਲੀ ਨਹੀਂ ਜਾਂਦੀ। ਤੇ ਜਿਸ ਵੇਲੇ ਦੁੱਖ ਮਿਲਿਆ, ਫਿਰ ਲੋੜ ਤੋਂ ਵੱਧ ਰੋਣਾ, ਉਹ ਵੀ ਨਹੀਂ ਬਰਦਾਸ਼ਤ ਹੋ ਰਿਹਾ। ਜਿੰਨੀ ਦੇਰ ਤੱਕ ਤਤਿਕਸ਼ਾ ਵਿਰਤੀ ਨਹੀਂ ਬਣਦੀ, ਉਨੀ ਦੇਰ ਤੱਕ ਐਸਾ ਹੁੰਦਾ ਹੀ ਰਹੇ। ਤਤਿਕਸ਼ਾ ਵਿਰਤੀ ਉਹਨੂੰ ਕਹਿੰਦੇ ਨੇ, ਜਾਣ ਬੁੱਝ ਕੇ ਧੁੱਪੇ ਨਹੀਂ ਖੜਨਾ, ਪਰ ਜੇ ਖੜਨਾ ਪਏਗਾ ਘਬਰਾਹਟ ਹੋਏਗੀ। ਜਾਣ ਬੁੱਝ ਕੇ ਸਰਦੀ ਦੇ ਵਿੱਚ ਨਹੀਂ ਖੜਾ, ਜੇ ਖੜਨਾ ਪੈ ਜਾਵੇ ਘਬਰਾਹਟ ਹੋਏਗੀ। ਗਰਮੀ, ਸਰਦੀ, ਭੁੱਖ, ਪਿਆਸ, ਇਹ ਸਾਰਿਆਂ ਦੇ ਵਿੱਚ ਬਿਰਤੀ ਸਮ ਹੋ ਜਾਣੀ ਬਰਾਬਰ, ਵੀ ਜੋ ਪ੍ਰਮਾਤਮਾ ਦੇ ਹੁਕਮ ਚ ਹੋਈ ਜਾ ਰਿਹਾ। ਇਹਨੂੰ ਤਤਿਕਸ਼ਾ ਬਿਰਤੀ ਕਹਿੰਦੇ। ਇਸ ਕਰਕੇ ਫਿਰ ਉਹ ਥਕਾਨ ਸਰੀਰ ਨੂੰ ਹੋਈ, ਪਰਸ਼ੁਰਾਮ ਜੀ ਬੈਠ ਗਏ ਸਮਝਾਉਣ ਵਾਸਤੇ। ਇੱਕ ਦ੍ਰਿਸ਼ਟਾਂਤ ਤਿਆਰ ਕਰ ਲੈਂਦੇ ਨੇ ਮਹਾਂਪੁਰਸ਼, ਜਿਹੜੇ ਤਰੀਕੇ ਨਾਲ ਕੋਈ ਸੌਖਾ ਜਿਹਾ ਸਮਝ ਲਵੇ। ਉਸ ਵੇਲੇ ਕੀ ਹੋਇਆ? ਕਹਿੰਦੇ ਛੱਪੜੀ ਦੇ ਵਿੱਚੋਂ ਆਵਾਜ਼ ਆਈ। ਛੱਪੜੀ ਨੇ ਆਵਾਜ਼ ਕੀ ਦੇਣੀ ਸੀ ਭਾਈ? ਇਹ ਨਾ ਮਹਾਂਪੁਰਸ਼ਾਂ ਦੇ ਖਿਆਲ ਦੋ ਪਾਸਿਆਂ 'ਚ ਹੋ ਗਏ, ਤਟਸਥੀ ਹੋ ਕਰਕੇ ਕਦੇ ਛੱਪੜ ਵਾਲੇ ਪਾਸੇ ਤੋਂ ਬੋਲਦੇ ਆ ਤੇ ਕਦੇ ਉਹਨੂੰ ਉੱਤਰ ਦਿੰਦੇ ਆ। ਜਿਵੇਂ ਤੁਸੀਂ ਦੇਖਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਹੈ ਜਿਹਦੇ 'ਚ ਗੁਰੂ ਅਰਜਨ ਦੇਵ ਜੀ ਤਟਸਥੀ ਹੋ ਕਰਕੇ ਤੇ ਦੋਨਾਂ ਪਾਸਿਆਂ ਦੀ ਗੱਲ, ਕਦੇ ਉਸ ਪਾਸੇ ਦੀ ਹੋ ਕੇ ਕਰਦੇ, ਕਦੇ ਜੀਵ ਆਤਮਾ ਦੇ ਵੱਲੋਂ ਬੋਲਦੇ ਆ, ਕਦੇ ਦੇਹ ਵੱਲੋਂ ਬੋਲਦੇ ਆ। ਉਹਦੇ 'ਚ ਇਹ ਹੈ ਵੀ ਇੱਕ ਦਿਨ ਕਹਿੰਦੇ ਦੇਹ ਨੇ ਜੀਵ ਆਤਮਾ ਨੂੰ ਕਿਹਾ, ਇਹ ਗੁਰੂ ਗ੍ਰੰਥ ਸਾਹਿਬ ਜਪ ਸੰਦੇ, ਧਨ ਕਹੈ ਤੂੰ ਬਸ ਮੈਂ ਨਾਲੇ, ਤ੍ਰੈ ਸੁਖ ਵਾਸੀ ਬਾਲ ਗੋਪਾਲੇ। ਜੀਵ ਆਤਮਾ ਨੂੰ ਕਿਹਾ ਦੇਹ ਨੇ ਕਿ ਤੂੰ ਮੇਰੇ ਬਚਪਨ ਤੋਂ ਮੇਰਾ ਬੜਾ ਪਿਆਰ ਵਾਲਾ ਚਲਿਆ ਆ ਰਿਹਾ ਹੈ, ਮੇਰਾ ਪਤੀ ਹੈ, ਮੈਂ ਤੇਰੀ ਅਰਦੰਗਰੀ ਹਾਂ, ਮੈਂ ਤੇਰੀ ਵਹੁਟੀ ਹਾਂ। ਵੀ ਅੱਜ ਮੈਨੂੰ ਇੱਕ ਖਿਆਲ ਫੁਰਿਆ ਹੈ
ਮੈਂ ਵੇਖਿਆ ਕਈਆਂ ਦੀਆਂ ਦੇਹਾਂ ਨੂੰ ਜੀਵ ਆਤਮਾ ਛੱਡ ਕੇ ਚਲਾ ਗਿਆ ਤੇ ਦੇਹਾਂ ਰੁੱਦੀਆਂ ਵੇਖੀਆਂ। ਸ਼ਮਸ਼ਾਨ ਭੂਮੀ ਦੇ ਸੁਆਹ ਹੁੰਦੀਆਂ ਵੇਖੀਆਂ, ਮਿੱਟੀ ਬਣ ਕੇ ਉੱਡ ਜਾਂਦੀਆਂ। ਤੇ ਮੈਨੂੰ ਸੰਸਾ ਹੋ ਗਿਆ ਵੀ ਹੁਣ ਇਹ ਦੱਸ ਵੀ ਤੂੰ ਕਿਤੇ ਮੈਨੂੰ ਤਾਂ ਨਹੀਂ ਛੱਡ ਜਾਏਗਾ। ਇਹ ਗੁਰੂ ਅਰਜਨ ਦੇਵ ਜੀ ਨੇ ਤਟਸਥੀ ਹੋ ਕੇ ਕਦੇ ਦੇਹ ਵਾਲੇ ਪਾਸੇ ਤੋਂ ਬੋਲਦੇ ਆ, ਕਦੇ ਜੀਵ ਵਾਲੇ ਪਾਸੇ ਤੋਂ ਆਪ ਹੀ ਬੋਲਦੇ ਨੇ ਸਾਨੂੰ ਸਿੱਖਿਆ ਦੇਣ ਵਾਸਤੇ। ਧਨ ਕਹੈ ਤੂੰ ਬਸ ਮੈਂ ਨਾਲੇ, ਧਨ ਇਸਤਰੀ ਦਾ ਨਾਮ ਹੈ। ਦੇਹ ਰੂਪੀ ਇਸਤਰੀ ਕਹਿੰਦੀ ਹੈ, ਹੇ ਜੀਵ ਆਤਮਾ ਤੂੰ ਮੇਰਾ ਪਤੀ ਹੈ, ਤੂੰ ਮੇਰੇ ਨਾਲ ਸਦਾ ਹੀ ਰਹੀਂ, ਕਦੇ ਛੱਡ ਕੇ ਨਾ ਜਾਵੇਂ। ਤੁਝੇ ਬਿਨਾ ਹੋਂ ਕਤੀ ਨਾ ਲੇਖੇ, ਤੇ ਤੂੰ ਬਿਨਾ ਮੈਂ ਕਿਸੇ ਲੇਖੇ ਵਿੱਚ ਨਹੀਂ। ਲੋਕੀ ਮੈਨੂੰ ਮੁਰਦਾ ਕਹਿਣ ਲੱਗ ਜਾਂਦੇ, ਲੋਕੀ ਮੇਰੇ ਤੋਂ ਡਰਨ ਲੱਗਦੇ ਨਾ, ਅਮੰਗਲ ਰੂਪ ਹੋ ਜਾਂਦਾ ਮੇਰਾ। ਇਸ ਕਰਕੇ ਮੈਂ ਤੇ ਤੋਂ ਬਿਨਾ ਕਿਸੇ ਵੀ ਲੇਖੇ 'ਚ ਨਹੀਂ, ਕਿਸੇ ਹਿਸਾਬ 'ਚ ਨਹੀਂ ਹਾਂ। ਬਚਨ ਦੇ ਛੋੜ ਨਾ ਜਾਸਾ ਹੈ, ਤੂੰ ਮੈਨੂੰ ਬਚਨ ਦੇ ਵਿੱਚ ਮੈਨੂੰ ਛੱਡ ਕੇ ਨਹੀਂ ਜਾਏਗਾ। ਤੇ ਹੁਣ ਮਹਾਰਾਜ ਸਾਹਿਬ ਜੀ ਜੀਵ ਆਤਮਾ ਵਾਲੇ ਪਾਸੇ ਤੋਂ ਹੋ ਕੇ ਬੋਲਣ ਲੱਗੇ। ਇਹ ਤਾਂ ਅਸੀਂ ਨੇ ਦੇਹ ਵਾਲੇ ਪਾਸੇ ਤੋਂ। ਇਹ ਇੱਕ ਸਿੱਖਿਆ ਦਾ ਢੰਗ ਹੈ। ਫਿਰ ਕਹਿਆ ਹਾਂ ਹੁਕਮੀ ਬੰਦਾ, ਹੇ ਦੇ ਮੈਂ ਤਾਂ ਹੁਕਮ ਦੇ ਵਿੱਚ ਰਹਿਣ ਵਾਲਾ ਬੰਦਾ ਹਾਂ। ਜਿਹੜਾ ਗੁਲਾਮ ਹੋਵੇ ਮਾਲਕ ਦੇ ਹੁਕਮ ਦੇ ਵਿੱਚ ਹੋਵੇ ਉਹ ਤਾਂ ਆਪਣੇ ਬਸ ਵਿੱਚ ਕੁਝ ਵੀ ਨਹੀਂ ਹੈ। ਫਿਰ ਕਹਿਆ ਹਾਂ ਹੁਕਮੀ ਬੰਦਾ, ਮੈਂ ਹੁਕਮ ਦੇ ਚ ਰਹਿਣ ਵਾਲਾ। ਉਹ ਭਾਰ ਉਠਾ ਕਰ ਕਿਸੇ ਕਾਣ ਨਾ ਛੰਦਾ, ਉਹਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਜਿਹਦੇ ਮੈਂ ਹੁਕਮ ਚ ਹਾਂ। ਉਹ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਜਿਚਰ ਆ ਗਿਆ ਤਿਚਰ ਤੁਮ ਸੰਗ ਰਹਿਣਾ, ਜਿੰਨੀ ਦੇਰ ਤੱਕ ਉਹਦੀ ਆਗਿਆ ਹੋਗੀ ਮੈਂ ਰਹੂੰਗਾ ਤੇਰੇ ਵਿੱਚ। ਜਦੋਂ ਹੁਕਮ ਆ ਗਿਆ ਮੈਨੂੰ ਜਾਣਾ ਪੈਣਾ ਹੈ। ਜਾ ਸਦੇ ਤੋਂ ਊਠ ਸਿਧਾਸਾ ਹੈ, ਜਾਓ ਕਰੇ ਬਚਨ ਕਹੇ ਪ੍ਰੈ ਸਾਚੇ, ਤਨ ਕਛੂ ਨ ਸਮਝੇ ਚੰਚਲ ਕਾਚੇ। ਬਹੁਰ ਬਹੁਰ ਪਿਰੀ ਹੀ ਸੰਗ ਮਾਗੇ, ਉਹ ਬਾਤ ਜਾਣੇ ਕਰ ਹਾਸਾ ਹੈ। ਕਹਿੰਦਾ ਕਮਲੀ ਹੋ ਗਈ, ਬਾਰ-ਬਾਰ ਕਹੀ ਜਾਂਦੀ ਹੈ ਜੇ ਇਹ ਤੂੰ ਮੇਰੇ ਵਿੱਚੇ ਰਹੀ ਵਿੱਚ, ਭਲਾ ਮੈਂ ਕਿਵੇਂ ਰਹਿ ਜੂਗਾ। ਮੈਂ ਤਾਂ ਉਹਨਾਂ ਚਿਰ ਰਹਿ ਸਕਦਾ ਜਿੰਨਾ ਚਿਰ ਮੇਰੇ ਮਾਲਕ ਦਾ ਹੁਕਮ। ਉਹ ਬਾਤ ਜਾਣੇ ਕਰ ਹਾਸਾ ਹੋਏ। ਆਈ ਆ ਗਿਆ, ਫਿਰ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ। ਊੜ ਸਦਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਕਹਿੰਦੇ ਮਿਥਿਆ ਹੈ ਸਾਰਾ ਕੁਛ। ਇਹ ਗੱਲ ਤਾਂ ਮਹਾਰਾਜ ਨੇ ਦੇਹ ਅਧਿਆਸ ਛਡਾਉਣ ਵਾਸਤੇ ਤੇ ਇਉਂ ਦੋ ਪਾਸਿਆਂ ਦਾ ਉਪਦੇਸ਼, ਜਿਹੜਾ ਇਹ ਪ੍ਰਕਰਨ ਜਿਹੜੀ ਆਪ ਜੀ ਸੁਣ ਰਹੇ ਹੋ ਨਾ ਪਰਸ਼ੁਰਾਮ ਦੀ ਗੱਲ, ਇਹ ਕੋਈ ਨਵੀਂ ਨਹੀਂ ਹੈ। ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਕਰਨ ਹੈ। ਤੇ ਪਰਸ਼ੁਰਾਮ ਜੀ ਕਹਿਣ ਲੱਗੇ, ਹੈ ਛਪੜੀ ਕਿਆ ਬਾਤ ਹੈ, ਤੂੰ ਰੋ ਕਿਉਂ ਰਹੀ ਹੈ? ਤੇਰੀ ਆਵਾਜ਼ ਵਿੱਚ ਰੋਣਾ ਹੈ, ਤੇਰੀ ਆਵਾਜ਼ ਵਿੱਚ ਦਰਦ ਹੈ, ਤੇਰੀ ਆਵਾਜ਼ ਵਿੱਚ ਦੁੱਖ ਅਨੁਭਵ ਹੋ ਰਿਹਾ ਹੈ। ਕੀ ਹੋਇਆ ਤੈਨੂੰ? ਉਹਨੇ ਕਿਹਾ, ਹੇ ਮਹਾਤਮਾ ਮੈਂ ਬਹੁਤ ਦੁਖੀ ਹਾਂ। ਤੇ ਦੁੱਖ ਦੇ ਵਿੱਚ ਹੀ ਰੋਣਾ ਹੁੰਦਾ। ਜਦੋਂ ਕੋਈ ਸੀਨੇ 'ਚ ਦਰਦ ਉੱਠਦਾ ਹੈ, ਸੋ ਰੋਵੇ ਜਿਸ ਬੇਦਨ ਹੋਏ, ਬੇਦਨ ਪੀੜਾ ਹੋਏਗੀ ਤਾਂ ਰੋਏਗਾ। ਪੀੜਾ ਬਰਦਾਸ਼ਤ ਨਹੀਂ ਹੁੰਦੀ, ਰੋਂਦਾ। ਉਹਨੇ ਕਿਹਾ ਮੈਨੂੰ ਦੁੱਖ ਹੈ ਬਹੁਤ ਵੱਡਾ ਹੈ। ਕਿ ਛਪੜੀ ਦਾ ਪਾਣੀ ਕਹਿਣ ਲੱਗਿਆ, ਮੈਂ ਸਮੁੰਦਰ ਸੀ, ਸਮੁੰਦਰ ਮੇਰਾ ਨਾਮ ਸਮੁੰਦਰ ਸੀ। ਇਹਨਾਂ ਬਦਲਾਂ ਨੇ ਮੇਰੇ ਕੇਂਦਰ ਤੋਂ ਮੈਨੂੰ ਸਮੁੰਦਰ ਦੇ ਵਿੱਚੋਂ ਉਠਾ ਕੇ ਪਹਾੜਾਂ 'ਚ ਲਿਆ ਕੇ ਛੱਡ ਦਿੱਤਾ। ਮੈਂ ਕੀ ਕਰਾਂ?
मैं समुंदर किवें बना। विछोड़े दे विच दुख है बहुत बड़ा। मैं दुख की निवृत्ति दे लई तुहानूं बेनती करना, महात्मा कोई ना कोई उपाय दस सकदे ने। मैं किसी तरीके नाल समुंदर बन सकदा हां। समुंदर तो विछड़ के एक तो मेरा नाम छपड़ी पै गया, वो भी बदबू वाली छपड़ी। मेरे विच किरम पै गए। मेरे कोल दी कई मनुख लंघदे है, वो अपने मूँह के उत्ते कपड़ा दे के लंघदे है कि बदबू आ रही है, गंदी स्मैल आ रही है। मेरे कोल नहीं लगता कोई, तू तो मेरे किनारे ते बैठा है, तू संत है इस करके बह गए। मेरे कोल नहीं कोई बैठता। और दुखियां दे कोल बैठता भी कौन है? तू महात्मा है इस करके बैठ गया मेरे को। मैनू बड़ा आनंद मिला कि चलो कोई तो मेरे किनारे ते बैठा। महात्मा जी मेरा तो पानी नूं पशु भी स्वीकार नहीं करते। बदबू वाला पानी होने करके पशु पीना पसंद नहीं करते, इसलिए मैं दुखी हाँ। मेरे दुख की निवृत्ति करो। कोई अपा है? महात्मा जी बोले हाँ अपा तो है। अपा दसना मैं ते करना तू होएगा। ये नहीं है भी मैं ही करूंगा, दसू मैं तो करेंगे तुम। कह दी ठीक है मैं करूँ। तो फिर समुद्र बन जाएगा। कह दी दसो तेनू ये ज्ञान है भी तेरे नेड़े नदी चल रही है? कहते जी हाँ ये तो है, मैंने पता है कि नदी चल रही है। फिर नदी वाले पासे तेरा जिहड़ा किनारा है ये बड़ा कमजोर जा है, इन्हूं तोड़ दे। जदों तू किनारे नूं तोड़ दिता तो एक एक बूंद तेरी नदी दे विच जाके मिल जाएगी। तू इत्थे नहीं है, तू खड़ा है, तेनू चलना पैना है। किनारा तोड़ दे तैं इन्ना ही काम करना, इस तो बाद तेरा कुछ भी समुंदर तक पहुंचने के लिए तेरा कोई जोर नहीं लगना। नदी ने तेनू ले जाके समुंदर दे विच समुंदर का रूप बना देना। किनारा तो तोड़। दुख तो इस गल का भी किनारा नहीं ना तोड़न नूं तैयार है। किनारा तोड़ दे। उथे कह के दे मिलना चाहे सिंध को। जे तू समुंदर नूं मिलना चाहना है छपड़ी दे पानी, मिलना चाहे सिंध को कर सलता सू संग। तां फिर नदी की संगत करनी पैगी। तो हुण महात्मा ने कोई छपड़ी दीयां गल्लां थोड़ी कीतियां, वो तो परमार्थ दीयां गल्लां कर रहे है। ये तो एक दृष्टांत है। ये दृष्टांत दे विच दा दृष्टांत है, इसे च सिद्धांत है। ये साडी जिंदगी पई है। समुंदर की है? अकाल पुरख वाहिगुरू परमेश्वर। तू दरियाओ दाना दीना। फारसी दरियाओ कहते हैं, आप समुंदर कहते हैं। ये भाषा का ही अंतर है। इस करके समुंदर है परमेश्वर वाहिगुरू अंतरजामी, वो समुंदर है। तू गुण सागर, गुणों का समुंदर। ये समुंदर दे विचों परमात्मा दे विचों माया जिहड़ी है, बदल की है? बदल का जन्म कितों है? समुंदर की भाप है। बदल समुंदर चों पैदा होंदे ने। ते माया कितों पैदा होती है? माया का अपने आप तो कुछ भी नहीं है। माया अजन्मी है। और जड़ है। उसकी सत्ता पा के हरकत बड़ी हो जाती है। ब्रह्म की सत्ता पा।
ਇਹਨੂੰ ਇਉਂ ਸਮਝ ਲਓ ਵੀ ਜਿੱਦਣ ਸਾਡਾ ਸਰੀਰ ਜੰਮਿਆ ਸੀ, ਆਪਣੀ ਮਾਂ ਨੂੰ ਪੁੱਛ ਸਕਦੇ ਹਾਂ, ਦਾਈ ਨੂੰ ਪੁੱਛ ਸਕਦੇ ਹਾਂ, ਲੇਡੀ ਡਾਕਟਰ ਨੂੰ ਪੁੱਛ ਸਕਦੇ ਹਾਂ ਕਿ ਮਾਂ ਜਿੱਦਣ ਮੈਂ ਜੰਮਿਆ ਸੀ ਭਲਾ ਮੈਨੂੰ ਇਹ ਦੱਸ ਵੀ ਜਦੋਂ ਮੇਰੇ ਸਰੀਰ ਨੂੰ ਜਨਮ ਦਿੱਤਾ ਹੈ ਤੇ ਮੇਰੇ ਨਾਲ ਪਰਛਾਵਾਂ ਵੀ ਜੰਮਿਆ ਸੀ। ਉਹ ਕੋਈ ਪਾਗਲ ਨਾ ਹੋਵੇ ਕਿਸੇ ਜ਼ਮਾਨੇ ਦਾ। ਮੇਰੇ ਪੇਟ ਤੋਂ ਪਰਛਾਵੇਂ ਜੰਮਦੇ, ਤੂੰ ਜੰਮਿਆ ਸੀ ਤੇ ਪਰਛਾਵਾਂ ਨਾਲ ਹੀ ਆ ਗਿਆ। ਇਸੇ ਤਰ੍ਹਾਂ ਔਰ ਫਿਰ ਪਰਛਾਵਾਂ ਸਾਡੇ ਸਹਾਰੇ ਹੈ ਤੇ ਸਾਡੇ ਸਹਾਰੇ ਤੋਂ ਬਿਨਾਂ ਪਰਛਾਵਾਂ ਕੁਛ ਵੀ ਨਹੀਂ। ਜੇ ਬੰਦਾ ਹੱਥ ਲਾਉਂਦਾ ਪਰਛਾਵੇਂ ਦਾ ਉੱਕਣੇ ਹੱਥ ਹਿਲਦਾ, ਜੇ ਬੰਦਾ ਤੁਰਨ ਲੱਗ ਜਾਵੇ ਪਰਛਾਵਾਂ ਵੀ ਤੁਰਨ ਲੱਗ ਜਾਂਦਾ, ਜੇ ਬੰਦਾ ਖੜ ਜਾਵੇ ਪਰਛਾਵਾਂ ਵੀ ਖੜ ਜਾਂਦਾ। ਪਰਛਾਵਾਂ ਆਪਣੇ ਆਪ 'ਚ ਕੁਛ ਨਹੀਂ, ਮਾਇਆ ਆਪਣੇ ਆਪ ਵਿੱਚ ਕੁਛ ਵੀ ਨਹੀਂ ਹੈ। ਚੇਤਨ ਦੀ ਸੱਤਾ ਪਾ ਕੇ ਹਰਕਤ ਵਿੱਚ ਹੁੰਦੀ ਹੈ। ਸਮੁੰਦਰ ਦੀ ਸੱਤਾ ਪਾ ਕੇ ਬੱਦਲ, ਉਹ ਸਮੁੰਦਰ ਰੂਪ ਬ੍ਰਹਮ ਦੇ ਵਿੱਚੋਂ ਮਾਇਆ ਬੱਦਲ ਬਣ ਕੇ ਤੇ ਸਮੁੰਦਰ ਦੇ ਪਾਣੀ ਨੂੰ ਜਿਵੇਂ ਬੱਦਲ ਕਿਤੇ ਕਿਤੇ ਜਾ ਕੇ ਉਹਨੂੰ ਸੁੱਟ ਦਿੰਦੇ ਹੈ, ਤੇ ਮਾਇਆ ਨੇ ਬ੍ਰਹਮ ਦੀ ਅੰਸ਼ ਨੂੰ ਐਂ ਖੜਾਇਆ ਹੋਇਆ ਜਿਵੇਂ ਰੇਤੇ ਦੇ ਛਿੱਟਾ ਦੇ ਦੇਵੇ ਨਾ ਕੋਈ, ਐ ਮਾਇਆ ਨੇ ਸਾਨੂੰ ਜੀਵ ਬਣਾ ਦਿੱਤਾ। ਕਹਾਣੀ ਤਾਂ ਸਾਡੀ ਹੈ। ਅਸੀਂ ਮੁੜ ਕੇ ਬ੍ਰਹਮ ਬਣਨਾ ਚਾਹੁੰਦੇ ਹਾਂ, ਦੁੱਖਾਂ ਤੋਂ ਛੁੱਟਣਾ ਚਾਹੁੰਦੇ ਹਾਂ, ਮਿਲਣਾ ਚਾਹੇ ਸਿੰਧ ਕੋ। ਤੇ ਅਗਲੇ ਅੱਧੀ ਤੁਕ ਦੇ ਵਿੱਚ ਕੀ ਕਿਹਾ ਹੈ? ਕਹਿੰਦੇ ਮਿਲਣਾ ਚਾਹੇ ਸਿੰਧ ਕੋ ਕਰ ਸਲਤਾ ਸੋ ਸੰਗ, ਪਰਸਰਾਮ ਹਰੀ ਮਿਲਣ ਕੋ ਮਾਰਗ ਹੈ ਸਤਸੰਗ। ਰੱਬ ਦੇ ਮਿਲਣ ਦਾ ਪਹਿਲਾ ਰਸਤਾ ਕੀ ਹੈ? ਇਹ ਪਰਮੇਸ਼ਰ ਦੇ ਪਿਆਰੇ ਦੱਸਦੇ ਨੇ, ਤੂੰ ਸਿੱਧਾ ਰੱਬ ਨੂੰ ਨਹੀਂ ਮਿਲ ਸਕਦਾ। ਜਿਵੇਂ ਛੱਪੜ ਦਾ ਪਾਣੀ ਸਮੁੰਦਰ ਨੂੰ ਆਪਣੇ ਆਪ ਨਹੀਂ ਮਿਲ ਸਕਦਾ। ਛੱਪੜ ਦੇ ਪਾਣੀ ਦੇ ਵਿੱਚ ਕਿਰਮ ਪੈ ਗਏ ਨਾ, ਬਦਬੂ ਆ ਰਹੀ ਹੈ ਔਰ ਉਹ ਮੈਲਾ ਹੋ ਗਿਆ ਹੈ। ਤੇ ਬ੍ਰਹਮ ਤੋਂ ਵਿਛੜ ਕੇ ਜੀਵ ਵੀ ਰਾਗ ਦਵੈਸ਼ ਕਰਕੇ ਪਾਪਾਂ ਕਰਕੇ ਮੈਲਾ ਹੋ ਗਿਆ। ਇਹਦੇ 'ਚ ਕਾਮ ਕਰੋ ਲੋਭ ਮੋਹ ਹੰਕਾਰ ਦੇ ਤਾਂ ਉਹਦੇ 'ਚ ਉਹ ਕਿਰਮ ਪੈ ਗਏ। ਇਹਦੇ ਕਿਰਮ ਤਾਂ ਕਿਰਮੇ ਨਾ, ਉਹਨੂੰ ਵੱਢ ਵੱਢ ਕੇ ਖਾ ਰਹੇ ਨੇ ਕਿਰਮ, ਤੇ ਸਾਨੂੰ ਕਾਮ ਕ੍ਰੋਧ ਵੱਢ ਵੱਢ ਕੇ ਖਾ ਰਹੇ ਨੇ। ਕੋਈ ਫਰਕ ਨਹੀਂ। ਉਹਦੇ 'ਚ ਬਦਬੂ ਆ ਰਹੀ ਹੈ, ਸਾਡੇ ਦੇ ਵਿੱਚ ਹਉਮੈ ਦੀ ਬੋ ਆ ਰਹੀ ਹੈ। ਇਹ ਬਦਬੂ ਹੈ ਸਾਡੇ ਵਿੱਚ ਜੋ ਹਉਮੈ ਹੈ। ਨਾਮ ਤੋਂ ਰੱਬ ਤੋਂ ਤੋੜਨ ਵਾਲੀ ਸ਼ਕਤੀ ਦਾ ਨਾਮ ਹੀ ਹਉਮੈ ਹੈ। ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇਂ ਹਉ ਨਾਹੀਂ। ਬੂਝੋ ਗਿਆਨੀ ਬੂਝਣ ਇਹ ਕਥ ਕਥਾ ਬਣਨਾ। ਇਹਦੇ ਵਿੱਚ ਇਹਦਾ ਸਰੂਪ ਸੁੱਧ ਸਰੂਪ ਸੀ। ਤਮੋ ਗੁਣ ਨੇ ਰਜੋ ਗੁਣ ਨੇ ਮੈਲਾ ਕਰ ਦਿੱਤਾ। ਜਦੋਂ ਮਨ ਮੈਲਾ ਹੈ, ਸਰੀਰ ਦੀ ਸ਼ੁੱਧੀ ਕੁਛ ਵੀ ਨਹੀਂ ਕਰੇਗੀ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਧੋਣ ਦੇ ਨਾਲ ਕਿਸੇ ਦਾ ਮਨ ਥੋੜੀ ਧੋਤਾ ਜਾਂਦਾ। ਮਨ ਨੂੰ ਧੋਣ ਦੇ ਹੋਰ ਸਾਧਨ, ਤਨ ਨੂੰ ਧੋਣ ਦੇ ਹੋਰ ਸਾਧਨ। ਇਸ ਕਰਕੇ ਇਹ ਹੈ ਛਪੜੀ, ਉਹ ਵੀ ਗੰਦ ਦੀ ਭਰੀ ਹੋਈ, ਮੰਦੇ ਖਿਆਲਾਂ ਦੀ ਭਰੀ ਹੋਈ, ਤੇ ਹਰ ਵਕਤ ਦਵੈਸ਼ ਦੀ ਬਦਬੂ ਆ ਰਹੀ ਹੈ। ਤੇ ਮਨੁੱਖ ਸਰੀਰ ਦੇ ਇਸ ਛਪੜੀ ਦੇ ਕਿਨਾਰੇ ਤੇ, ਯਾਨੀ ਕਿਸੇ ਮਹਾਂਪੁਰਸ਼ ਦਾ, ਕਿਸੇ ਗੁਰਮੁਖ ਦਾ ਜ਼ਿੰਦਗੀ ਦੇ ਵਿੱਚ ਨਾਮ ਰਤੇ ਦਾ ਮਿਲਣਾ, ਇਹ ਛਪੜੀ ਦੇ ਕਿਨਾਰੇ ਤੇ ਕਿਸੇ ਸੰਤ ਦਾ ਬੈਠਣਾ ਹੈ। ਤੇ ਫਿਰ ਜਦੋਂ ਕਿਤੇ ਥੋੜੀ ਜਿਹੀ ਇਕਾਗਰਤਾ ਹੋਈ, ਮਹਾਂਪੁਰਸ਼ਾਂ ਦੇ ਬਚਨ ਸੁਣੇ, ਪਤਾ ਚੱਲਿਆ ਕਿ ਮੈਂ ਤਾਂ ਕਾਮ ਕ੍ਰੋਧ ਦਾ ਭਰਿਆ ਪਿਆ ਹਾਂ, ਮੇਰੇ 'ਚ ਅਹੰਕਾਰ ਹੈ। ਫਿਰ ਪੁਕਾਰ ਉੱਠਿਆ, हे ਮਹਾਤਮਾ ਜੀ, ਇਨ ਪੰਚਨ ਮੇਰਾ ਮਨ ਜੋ ਵਿਗਾਰਿਓ,
मैनू गंदी छपड़ी बनाता इन्हां पंजां ने। कदे काम की गो, कदे क्रोध की, मेरा कहना नहीं छड्डदे। मेरा मन बिगाड़िया इन्हां ने पंजां ने। पल पल हर जी ते अंतर पावे। रब तो ये मैनू दूर करने वाले पंज न। और मैनू चुंबड़ गए जिवें हड़वारां दे कुत्ते चिंबड़े होंदे ने, ऐं चिंबड़ के मैनू इन्हां कुत्तियां दे फेड़ा छड़ा दे। चलो इत्थे दा वातावरण कुछ होर है। इंडिया अज भी, पंजाब दे विच अज भी उत्थे हड्डां रोड़ियां होंदियां, जिथे पशुओं के हड्ड, मरे पशु उन्हां दा चमड़ा ला के लै जांदे ने ते मांस जिहड़ा कुत्ते खा जांदे हैं, जां फिर इन्हां जानवर खा जांदे। हडवारां दे विच कुत्तियां की गिणती बहुत होंदी है। जदों किते तुरे जांदे किसी भले मानस बंदे नूं, उधर तां मांस रिहा नहीं, मांस मूँह लग गया है, वो फिर देखते हैं भी आ भी तो मांस ही है, भी जे इहदे वाला नोच के खा लीए पेट भर जाऊगा। वो मांस खाण गिजे होए न, वो फिर ये बंदे कि नहीं देख के भौंकण लग जाते। तुसीं किते तजर्बा करके देख लो, जो पिंड गए होंगे ना किते पिंडां दे विच जिथे हड्डां रोड़ियां, पहला एक कुत्ता बोलूगा, तीन चार उसकी मदद से उई आ जाते नाल ही, वो भी नाल भौंकण लग जाते। पहले एक भौंकिया, फिर दूजा, फिर तीजा, फिर चौथा, पूरा फिर इन्हां दा टोला बन जाता है। बिल्कुल इस तरह ये जीव आत्मा जिहड़ा है ना, ये तो है मुसाफिर, ये हड्डा रोड़ी है साडा शरीर। ਇਹਦੇ ਵਿੱਚ ਇਹਦਾ ਮਾंस खाण वाले किते कुत्ता, किते काम रूपी कुत्ता भौंकवे ना, क्रोध नाल ही आ जाता है। दूजा तीजा लोभी नाल आ गया, काम करो लोभो, कट्ठे होके पैंदे ने सारे। इन्हां तो खड़ा छुड़ाना बहुत औखा है। इन्हां वास्ते तां नेह ते पंज जवान मैं गुर थापी दिती कंड दियो। मेरी कंड के उत्ते गुरु ने हथ रख दिता, मैं चित करके रख दिते, जित प्राप्त हो गई। सो इस करके है भी सतसंगत रूपी नदी जिहड़ी है, सतपुरुषां ने ढंग दसिया, वो जीव तू गंदी छपड़ी है, तू अपने कारोबारां दा एक कमजोर किनारा है, इनू तोड़ दे, इनू तोड़ के पहुंच जा नदी दे विच, सतसंगत रूप नदी दे विच पहुंच जा। नदी का प्रवाह जिहड़ा है जिवें समुद्र वाल नूं चलदा है, सतसंगत के अंदर जो विचारां का प्रवाह चलता है, ये रब वाले पासे नूं चलदा है। तेरे ख्यालां नूं टाइम तो लगेगा समुद्र तक जाण नूं, पर तैनूं सतसंगत विच आके बाकी कुछ नहीं करना की लोड़ पैनी। और नाल मोहर लाती, बिन संगत नहीं कोई तराया। अज तक तरिया भी कोई नहीं संगत तो बिना। बाबा बुढ़ा साहब जी तो बड़ी मिसाल मैनू नहीं लगती कोई गुरु नानक के घर दे विच 12 वरियां की उम्र च ब्रह्म ज्ञान दिता गुरु नानक साहब ने बाबा बुढ़ा साहब। जिदन ब्रह्म ज्ञान हो गया, करतारपुर का वचन है जी ये, जदों ब्रह्म ज्ञान हो गया तो महाराज साहब जी कहते, भाई बुढ़ा साहब, हाँ महाराज, कहते अमृत वेला कदे खजाना नहीं, संगत दे विच जाण तो कदे भी ढिल नहीं करनी, हर रोज संगत में जाना है। किनू कह रहे हैं? जिन्होंने ब्रह्म ज्ञान हो गया। देखो संसार कितने खड़ा है, अजे ब्रह्म ज्ञान नेड़े तेड़े भी नहीं होंदा। संगत पहले कहते लो जी नाम जपते हैं आपां, उत्थे जाके की कहना, उन्होंने यही कहना पर भी नाम जपया करो, आप तो जी पहले नाम जपते। कई तो इन्ना झूठ बोलने की आदत पै गई, जे कई भाई ना मैनू तो जी कदे भुलदा ही नहीं है, उन्होंने मत्था टेकदे भी चंगा भाई एडे बड़ा झूठियां का सरदार तू अगे हर वक्त चेते रहिंदा मेरे, एडा तेरी अवस्था बन गई है। नहीं, हर वक्त जपण वाले मिले है जिंदगी। अगले दिन की गल कर लांगे, समा हुण 5 मिनट रहिंदे है,
मैं ये गल पूरी कर लवां। अज पहला दिन सी, सफ़र भी लम्मा सी, ते भावें लैस्टर सी भावें इत्थे सी, जदों किते हफ्ते के जिहड़े पिछले 2 दिन होंदे हैं ना, तो उन्होंने असीं तां अपनी बोली च बार ऐतवार कहने हैं, तुसीं सैटरडे संडे इस तरह का कह भूले नहीं हो, तो तुहाडा तां हुंदा छुट्टी दा दिन। 6-6 प्रोग्राम यह 2-2 दिनों 6-6 प्रोग्राम होंगे, तो कल भी 6 सी, परसों भी 6 सी, ते अज हुण समागम जिहड़ा संप्रदा दमदमी टकसाल के विद्यार्थी हर साल संत ज्ञानी करतार सिंह जी की याद दे विच, ते इहदे नाल हुण बाकी सारियां जथेबंदियां, अखंड कीर्तनी जथा, ये कार सेवा वाले, राड़ा साहब संप्रदा सारे इकट्ठे हो गए। बड़ी खुशी मिली मैनूं ऐतकी बार भी चलो किते दा पंथ इकट्ठा होया, पंजाब च नहीं पंजाब तो बाहर सी। मैं धन्नवाद करके आया, ते नाल एक बेनती भी करके आया, मैं कहा अपने अपने दी साखियां ना सुनाई जाया करो, जब तुम सहयोग ये दे रहे किते भाई रणधीर सिंह की साखी सुनाओ, फिर जेल चिट्ठियां पुस्तक पढ़ लो जे नहीं आती, रंगले संजर पढ़ लो, तो कार सेवालियां दियां सारे समूचे रूप के करो जी। तो इस करके साध सिंह फिर उतों चलो सफ़र भी लम्मा से, अमनदीप सिंह जी ने बड़ी हिम्मत की है, इन्होंने गए तो उत्थे कथा करन सी, फिर ये विचाले छड़ के आ गए, मेरे ख्याल तो फिर 10 मिनट लाए इन्होंने। मैं फिर फोन करते भी मेरा तो सुभाव टाइम सिर जानता है भी हुण तुहाडे वास्ते भी, चाहे मैनूं अद्धा घंटा लेट कर दो, ये तो मैं करता नहीं कुछ सकता, तुहाडी जिम्मेदारी बनती है कि मैनूं टाइम पर रखो, मेरा तो कसूर नहीं होगा जी मैं लेट होगा, मैं तुर के थोड़ी हूँ। ये पर बच्चा कला लैके ही नहीं आया, तो जो नेड़े जी आ गया कहते जी रह रहा सुनो, मैं तू गड्डी चला रहा है तो जवानी तेरे कंठ है, कहते हाँ जी गुरु साहब की कृपा, ये नाले गड्डी चलाता है तो नाले मैनूं रह रहा सुनाता, मैंने तो कुछ भी नहीं करना पिया, सफ़र मेरा बैठे का निबड़ गया, रह रस बैठे बिठाए मिल गई, तो रोटियां इन्होंने पका देनियां, ये आप छक लेनियां, तो बाकी रहिंदी खुदी कसर तुसीं कढ़ देनियां, संत सुंत कह के तो एवें हवा जी भर जाती है भी मैं बहुत चंगा, महाराज बचा के रखे, मुसाफर हैं मैं भी तो तुसीं भी, ख्याल करो उस जिंदगी का जिस दिन अपने परिवार चों इस दुनिया का बंदा कोई नज़र नहीं आएगा, कले होवांगे, सिर्फ कले, आ देह भी नाल नहीं होएगी, ये भी इत्थे छड्डनी, वो सफ़र किहो जिहा होवेगा, ਉਹਦੇ ਲਈ किन्नी कुछ तैयारी है, इत्थे आके जीरो है, निक्का जिहा सवाल है, इत्थे ਲਈ इन्ना कुछ कर लिया जिहड़ा छड्ड के जाना है, अगे ਲਈ कुछ भी नहीं करिया, बस ਉਹਦੇ ਲਈ आ सत्संग है, ਉਹਦੀ तैयारी ਲਈ है। तो मैं गल समाप्त करा कि जदों ये किनारा तोड़ के भी नहीं मेरे लिए सत्संगत करनी जरूरी है, कारोबार का किनारा है जिहड़ा तैनूं आउण नहीं दिंदा, इत्थे नदी विच मिल नहीं दिंदा, क्योंकि नदी समुद्र वाल में जाती है, सत्संगत का प्रवाह परमात्मा वाल में जाता है, एक किनारा तोड़ना ही होगा, किनारा तोड़ के सत्संगत की नदी च मिल जा, मिलना चाहे सिंध को कर सलता सु संग, परशुराम हरि मिलन को मार्ग है सत्संग, आही रस्ता है, क्योंकि समुद्र तक पहुंचने के लिए छपड़ी के कोल रस्ता ही नदी का है, होर कोई रस्ता नहीं, साढ़े कोल केवल सत्संगत ही रस्ता है। धन धन सतसंगत जित हर रस पाया, मेरे जन नानक नाम प्रकाश, गुरु कृपा करे। आओ इतनी समाप्ति आनंद साहब पढ़ना जी, आनंद साहब का पाठ पर मिल के कर लिए, फिर अरदास करेगी। बहुत बहुत धन्यवाद सारिया गुरु हुआ का, कल इस तरह फिर समय से पहुँच के राह प्राप्त करना जी। राम कली महला तीजा, आनंद एक ओंकार सतगुरु प्रसाद, आनंद पया मेरी माए, सतगुरु सतगुर तां पाया सहज सेती, राग रतन परवार पुरियों शब्द गावण, सौदो तंगावो हरि के मन जिनी, कह नानक आनंद हुआ सतगुरु मैं,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਮਾਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਕਹਿ ਨਾਨਕ ਮਨ ਮੇਰੇ ਸਦਾ ਰਹੋ ਮਨ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਇ ਵਸਿਆ ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀ ਆਏ ਬੜਿਆਈਆ ਵਾਜੇ ਪੰਜ ਸਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਅਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਾਤ ਚੰਗਿਆਈਆ ਬੁਰਿਆਈਆ ਬਚੈ ਧਰਮ ਹਦੂਰ ਕਰਮੀ ਆਪੋ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਦੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।